ਸਾਡੇ ਸਤਿਕਾਰਯੋਗ ਹਰਸਿਮਰਤ ਕੌਰ ਜਿਹੜੇ ਕੈਬਨਿਟ ਮੰਤਰੀ ਸੀਗੇ ਤੇ ਕੈਬਨਿਟ ਦੇ ਸਾਈਨਾਂ ਤੋਂ ਬਗੈਰ ਕੋਈ ਬਿੱਲ ਪਾਸ ਨਹੀਂ ਹੁੰਦਾ। ਇਹ ਆਪਾਂ ਵੀ ਸਾਰੇ ਜਾਣਦੇ ਹਾਂ, ਭਾਵੇਂ ਆਪਾਂ ਹੇਠਲੇ ਲੈਵਲ ਦੇ ਬੰਦੇ ਹਾਂ। ਉਹਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀਗਾ। 3 ਮਹੀਨੇ ਪ੍ਰਚਾਰ ਵੀ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਇਹਨਾਂ ਬਿੱਲਾਂ ਦਾ ਬਾਰੇ ਵੀ ਇਹ ਬਿੱਲ ਬਹੁਤ ਵਧੀਆ ਹੈ। ਤੇ ਲੋਕਤੰਤਰ ਨੂੰ ਬਹਾਲ ਰੱਖਣ ਵਾਸਤੇ ਹਰ ਵੋਟਰ ਨੂੰ, ਹਰ ਜਿਹੜਾ ਨਾਗਰਿਕ ਹੈ ਉਹਨੂੰ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਔਰ ਬੜਾ ਨਿਰਪੱਖ ਹੋ ਕੇ ਇਸਤੇਮਾਲ ਕਰਨਾ ਚਾਹੀਦਾ। ਕਦੀ ਵੀ ਇਹਦੇ ਵਿੱਚ ਕੈਂਡੀਡੇਟ ਵੇਖ ਕੇ, ਉਮੀਦਵਾਰ ਵੇਖ ਕੇ, ਮੈਂ ਤੇ ਮੇਰੀ ਆਪਣੀ ਸੋਚ ਹੈ ਵੀ ਉਮੀਦਵਾਰ ਵੇਖ ਕੇ ਸਾਨੂੰ ਵੋਟ ਦਾ ਜਿਹੜਾ ਇਸਤੇਮਾਲ ਕਰਨਾ ਚਾਹੀਦਾ। ਬਹੁਤੇ ਕਿਸਾਨ ਜਿਹੜੇ ਆ ਕਾਂਗਰਸੀ ਜਿਹੜੇ ਨੇ ਉਹ ਜਾ ਕੇ ਤੇ ਇਸ ਅੰਦੋਲਨ ਦੇ ਵਿੱਚ ਹਿੱਸਾ ਲੈਣ ਡਏ ਆ ਤੇ ਉਹ ਉਧਰੋਂ ਇਲੈਕਸ਼ਨ ਆ ਗਈ ਹੈ। ਵੈਸੇ ਤਾਂ ਇਹ ਇਲੈਕਸ਼ਨ ਇਹਨਾਂ ਦਿਨਾਂ ਦੇ ਵਿੱਚ ਹੋਣੀ ਨਹੀਂ ਸੀ ਚਾਹੀਦੀ, ਇਲੈਕਸ਼ਨ ਗਾਂਹ ਹੋਣੀ ਚਾਹੀਦੀ ਸੀਗੀ, ਪਰ ਜੇ ਇਲੈਕਸ਼ਨ ਉਹਨਾਂ ਇਹਨਾਂ ਦਿਨਾਂ 'ਚ ਆ ਗਈ ਆ ਤੇ ਇਹਦਾ ਜਿਹੜੇ ਕਿਸਾਨ ਕਾਂਗਰਸੀ ਕਿਸਾਨ ਨੇ ਬਹੁਤੇ ਉਹ ਉੱਥੇ ਜਾ ਕੇ ਬੈਠੇ ਆ। ਅਕਾਲੀ ਦਲ ਵਾਲੇ ਸਾਰੇ ਇੱਥੇ ਆ ਤੇ ਅਕਾਲੀ ਦਲ ਵਾਲੇ ਆਪਣੀ ਵੋਟ ਦਾ ਇਸਤੇਮਾਲ ਜ਼ਿਆਦਾ ਕਰਨਗੇ, ਕਾਂਗਰਸ ਦੀ ਵੋਟ ਜਿਹੜੀ ਆ ਉਹ ਘੱਟ ਇਸਤੇਮਾਲ ਹੋਊਗੀ। ਤੇ ਫਿਰ ਉਹ ਜਿਹੜੇ ਜਾਂਦੇ ਵੀ ਉਹ ਛੇਤੀ ਤੋਂ ਭੱਜ ਆਉਂਦੇ ਆ ਵੀ ਸਾਡੀ ਇੱਥੇ ਇਹਨਾਂ ਨਾਲ ਸਾਡੀ ਜਿਹੜੀ ਉਹ ਸੁਰ ਜਿਹੜੀ ਅੰਦਰ ਦੀ ਨਹੀਂ ਰਲਦੀ। ਇਸ ਕਰਕੇ ਉੱਥੋਂ ਸ਼੍ਰੋਮਣੀ ਅਕਾਲੀ ਦਲ ਵਾਲੇ ਬੰਦੇ ਉਹ ਬਹੁਤਾ ਟਿਕਦੇ ਨਹੀਂ। ਜੇ ਜਾਣ ਵੀ ਤੇ ਇੱਕ ਅੱਧਾ ਜਾਂ 2 ਦਿਨ ਲਾ ਕੇ ਤੇ ਉਸ ਵੇਲੇ ਵਾਸਤੇ ਉਹਨਾਂ ਨੂੰ ਆਉਣਾ ਪੈਂਦਾ। ਵੋਟ ਇੱਕ ਕੀਮਤੀ ਆ, ਸਾਰੇ ਕੰਮ ਜ਼ਰੂਰੀ ਹੈਗੇ ਆ। ਹੁਣ ਵਿਆਹ ਤੇ ਵੀ ਜਾਣਾ ਉਹ ਵੀ ਜ਼ਰੂਰੀ ਹੈਗਾ। ਸਤਿ ਸ਼੍ਰੀ ਅਕਾਲ। ਪੰਜਾਬ ਪ੍ਰਾਈਮੋ ਦੇ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਜਗਜੀਤ ਸਿੰਘ। ਦਰਸ਼ਕੋ ਤੁਸੀਂ ਪਤਾ ਹੈ ਕਿ ਅੱਜ 14 ਤਰੀਕ ਹੈ, 14 ਫਰਵਰੀ ਨੂੰ ਜਿਹੜਾ ਅੱਜ ਨਗਰ ਪੰਚਾਇਤ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ। ਉਹ ਨਗਰ ਪੰਚਾਇਤ ਦੀਆਂ ਚੋਣਾਂ ਨੂੰ ਲੈ ਕੇ ਜਿਹੜਾ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ। ਤੁਹਾਨੂੰ ਗੱਲ ਕਰੀਏ ਸਰਹੱਦੀ ਤਹਿਸੀਲ ਅਜਨਾਲਾ ਦੀ, ਤੇ ਅਜਨਾਲਾ ਦੇ ਕਸਬਾ ਰਮਦਾਸ ਅਤੇ ਤਹਿਸੀਲ ਅਜਨਾਲਾ ਦੇ ਵਿੱਚ ਜਿਹੜੀਆਂ ਨੇ ਪ੍ਰੋਪਰ ਚੋਣਾਂ ਹੋਣ ਜਾ ਰਹੀਆਂ ਨੇ। ਜੇ ਰਮਦਾਸ ਦੀ ਗੱਲ ਕਰੀਏ ਤਾਂ ਰਮਦਾਸ ਵਿੱਚ 11 ਕੈਂਡੀਡੇਟ 11 ਜਿਹੜੀਆਂ ਵਾਰਡਾਂ ਦੇ ਵਿੱਚ ਜਿਹੜੀ ਚੋਣ ਹੋਣ ਜਾ ਰਹੀ ਹੈ। ਅਤੇ ਜੇ ਅਜਨਾਲਾ ਦੀ ਗੱਲ ਕਰੀਏ ਤਾਂ ਅਜਨਾਲਾ ਵਿੱਚ 15 ਜਿਹੜੀ ਆ ਵਾਰਡਾਂ ਵਿੱਚ ਜਿਹੜੀ ਅੱਜ ਚੋਣ ਹੋਣ ਜਾ ਰਹੀ ਹੈ। ਅਤੇ ਤੁਸੀਂ ਤੁਹਾਨੂੰ ਲਿਖਾ ਰਿਹਾ ਕਿ ਜਿਹੜਾ ਵੋਟਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ। ਸਵੇਰ ਤੋਂ ਹੀ ਜਿਹੜੇ ਕੜਾਕੇ ਦੀ ਠੰਡ ਹੋਣ ਦੇ ਬਾਵਜੂਦ ਵੀ ਜਿਹੜੇ ਵੋਟਰ ਨੇ ਸਵੇਰ ਤੋਂ ਹੀ ਆਣ ਕੇ ਲਾਈਨਾਂ ਵਿੱਚ ਖੜੇ ਨੇ। ਤੁਸੀਂ ਵੇਖ ਰਹੇ ਹੋ ਕਿ ਲੰਬੀਆਂ ਲਾਈਨਾਂ ਜਿਹੜੀਆਂ ਲੱਗੀਆਂ ਨੇ ਤੇ ਜਿਹੜੇ ਵੋਟਰ ਨੇ ਇੱਥੇ ਤਕਰੀਬਨ ਆਣ ਕੇ ਸਵੇਰ ਤੋਂ ਖੜੇ ਨੇ। ਆਪਣਾ ਜਿਹੜਾ ਅਧਿਕਾਰ ਆ ਵੋਟ ਦਾ, ਉਹ ਅਧਿਕਾਰ ਪੂਰਾ ਕਰਨ ਲਈ ਇੱਥੇ ਪਹੁੰਚੇ ਨੇ, ਕਿਉਂਕਿ ਹਰ ਇੱਕ ਇਨਸਾਨ ਦੀ ਇਹ ਫਰਜ਼ ਬਣਦਾ ਕਿ ਜਿਹੜਾ ਇੱਕ ਅਧਿਕਾਰ ਉਹਨੂੰ ਮਿਲਿਆ ਹੈ ਕਿ ਵੋਟ ਪਾ ਕੇ ਇੱਕ ਚੰਗਾ ਕੈਂਡੀਡੇਟ ਚੁਣਨਾ ਤੇ ਚੰਗਾ ਜਿਹੜਾ ਵਿਕਾਸ ਜਿਹੜਾ ਕਰੇ ਉਹ ਰਹਿਨੁਮਾ ਚੁਣਨਾ। ਉਹਦੇ ਵਾਸਤੇ ਜਿਹੜੇ ਇਹ ਲਗਾਤਾਰ ਜਿਹੜੀਆਂ ਲੰਮੀਆਂ ਲਾਈਨਾਂ ਲੱਗੀਆਂ ਨੇ ਤੁਸੀਂ ਵਿਖਾ ਰਹੇ ਤੁਹਾਨੂੰ ਸਾਡੇ ਕੈਮਰਾਮੈਨ ਕਿ ਜਿਹੜੇ ਵੋਟਰ ਨੇ ਸਵੇਰ ਤੋਂ ਹੀ ਆਣ ਕੇ ਲਾਈਨਾਂ ਵਿੱਚ ਖੜੇ ਨੇ। ਲੰਮੀਆਂ ਲਾਈਨਾਂ ਹੋਣ ਦੇ ਬਾਵਜੂਦ ਫਿਰ ਵੀ ਖੜੇ ਨੇ ਕਿ ਆਪਣਾ ਵੋਟ ਦਾ ਜਿਹੜਾ ਸਹੀ ਵੋਟ ਦਾ ਅਧਿਕਾਰ ਆ ਉਹਨੂੰ ਵੋਟ ਪਾ ਕੇ ਜਿਹੜਾ ਅਧਿਕਾਰ ਆਪਣਾ ਨਿਭਾ ਸਕਣ। ਤੁਹਾਨੂੰ ਦਿਖਾ ਰਹੇ ਨੇ ਸਾਡੇ ਕੈਮਰਾਮੈਨ ਕਿ ਇੱਥੇ ਜੇ ਲੇਡੀਜ਼ ਦੀ ਗੱਲ ਕਰੀਏ ਤੇ ਲੇਡੀਜ਼ ਜਿਹੜੀਆਂ ਉਹ ਵੀ ਵੱਡੇ ਮਾਤਰਾ 'ਚ ਜਿਹੜੀਆਂ ਇੱਥੇ ਪਹੁੰਚੀਆਂ ਨੇ। ਜੇ ਗੱਲ ਕਰੀਏ ਤੁਸੀਂ ਵੇਖ ਰਹੇ ਹੋ ਕਿ ਜਿਹੜੀਆਂ ਇੱਥੇ ਲੇਡੀਜ਼ ਨੇ ਉਹ ਵੀ ਵੱਡੇ ਪੱਧਰ 'ਤੇ ਇੱਥੇ ਪਹੁੰਚੀਆਂ ਨੇ। ਤਕਰੀਬਨ ਜਿੰਨੇ ਜੇ ਗੱਲ ਕਰੀਏ ਪੁਰਸ਼ਾਂ ਦੀ ਤੇ ਉਦੋਂ ਵੱਧ ਜਿਹੜੀਆਂ ਮਹਿਲਾਵਾਂ ਵੀ ਇੱਥੇ ਪਹੁੰਚ ਰਹੀਆਂ ਨੇ। ਲਗਾਤਾਰ ਜਿਹੜਾ ਆਪਣਾ ਵੋਟ ਦਾ ਜਿਹੜਾ ਅਧਿਕਾਰ ਆ ਉਹਨੂੰ ਪੂਰਾ ਕਰਨ ਲਈ ਪਹੁੰਚ ਰਹੀਆਂ ਨੇ। ਇੱਥੇ ਸਾਡੇ ਨਾਲ ਜਿਹੜੇ ਵੋਟਰ ਹੈਗੇ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਉਹ ਲਗਾਤਾਰ ਲਾਈਨਾਂ 'ਚ ਖੜੇ ਨੇ। ਜੇ ਹੁਣ ਵੀ ਇਸ ਵੇਲੇ ਮੌਜੂਦ ਨੇ, ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਹਾਂਜੀ ਭਾਈ ਸਾਹਿਬ, ਤੁਸੀਂ ਇੱਥੇ ਅੱਜ ਵੋਟ ਪਾਉਣ ਆਏ ਹੋ, ਕੀ ਕਹਿਣਾ ਚਾਹੁੰਦੇ ਹੋ? ਕਹਿਣਾ ਚਾਹੁੰਦੇ ਜੀ, ਸਾਡਾ ਮੁੱਢਲਾ ਅਧਿਕਾਰ ਹੈ ਵੋਟ ਦਾ। ਹਰ ਬੰਦੇ ਨੂੰ ਸ਼ਾਂਤਮਈ ਵੋਟਾਂ ਦੇ ਵਿੱਚ ਵਿਚਰਨਾ ਚਾਹੀਦਾ। ਆਪਣੀ ਵੋਟ ਜ਼ਰੂਰ ਪਾਉਣੀ ਚਾਹੀਦੀ। ਹਰ ਬੰਦਾ ਆ ਕੇ ਆਪਣੀ ਵੋਟ ਦਾ ਅਧਿਕਾਰ ਅਜਮਾਵੇ, ਕਿਉਂਕਿ ਵੋਟਾਂ ਨਾਲ ਹੀ ਲੋਕਤੰਤਰ ਜਿਹੜਾ ਮਜ਼ਬੂਤ ਹੁੰਦਾ। ਠੀਕ ਹੈ, ਸਾਡੇ ਨਾਲ ਇੱਥੇ ਹੋਰ ਵੀ ਹੈਗੇ ਨੇ ਭਾਈ ਸਾਹਿਬ ਜੀ। ਭਾਈ ਸਾਹਿਬ ਜੀ, ਅੱਜ ਜਿਹੜੀਆਂ ਵੋਟਾਂ ਪੈ ਰਹੀਆਂ ਨੇ, ਤੁਸੀਂ ਖੜੇ ਹੋ ਵੋਟ ਪਾਉਣ ਲਈ, ਕੀ ਕਹਿਣਾ ਚਾਹੁੰਦੇ ਹੋ? ਅਸੀਂ ਇਹੋ ਹੀ ਕਹਿਣਾ ਚਾਹੁੰਦੇ ਹਾਂ ਸਾਰਿਆਂ ਨੂੰ ਵੀ ਵੋਟ ਜਿਹੜਾ ਵਾ ਇਹ ਸਾਡਾ ਮੌਲਿਕ ਅਧਿਕਾਰ ਆ। ਹਰ ਬੰਦੇ ਨੂੰ ਇਹਦੀ ਵਰਤੋਂ ਕਰਨੀ ਚਾਹੀਦੀ ਹੈ, ਕਿਉਂਕਿ ਭਾਰਤ ਜਿਹੜਾ ਇਹ ਸਾਰਿਆਂ ਤੋਂ ਵੱਡਾ ਲੋਕਤੰਤਰ ਹੈ ਭਾਰਤ ਦੇ ਵਿੱਚ। ਤੇ ਇਹਦੇ ਵਾਸਤੇ, ਲੋਕਤੰਤਰ ਨੂੰ ਬਹਾਲ ਰੱਖਣ ਵਾਸਤੇ ਹਰ ਵੋਟਰ ਨੂੰ, ਹਰ ਜਿਹੜਾ ਨਾਗਰਿਕ ਹੈ ਉਹਨੂੰ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਔਰ ਬੜਾ ਨਿਰਪੱਖ ਹੋ ਕੇ ਇਸਤੇਮਾਲ ਕਰਨਾ ਚਾਹੀਦਾ। ਕਦੀ ਵੀ ਇਹਦੇ ਵਿੱਚ ਕੈਂਡੀਡੇਟ ਵੇਖ ਕੇ, ਉਮੀਦਵਾਰ ਵੇਖ ਕੇ, ਮੈਂ ਤੇ ਮੇਰੀ ਆਪਣੀ ਸੋਚ ਹੈ ਵੀ ਉਮੀਦਵਾਰ ਵੇਖ ਕੇ ਸਾਨੂੰ ਵੋਟ ਦਾ ਜਿਹੜਾ ਇਸਤੇਮਾਲ ਕਰਨਾ ਚਾਹੀਦਾ। ਇਹ ਜਿਹੜੀਆਂ ਵੋਟਾਂ ਹੋਣ ਜਾ ਰਹੀਆਂ ਨੇ, ਤੁਹਾਨੂੰ ਕੀ ਲੱਗਦਾ ਇਹ ਕਿਹਨੂੰ ਜ਼ਿਆਦਾ ਲਾਭ ਹੋਊਗਾ ਇਸ ਚੀਜ਼ ਦਾ? ਕਿਉਂਕਿ ਇੱਕ ਪਾਸੇ ਸਾਡਾ ਕਿਸਾਨੀ ਅੰਦੋਲਨ ਵੀ ਬੜਾ ਲੰਬੇ ਤੌਰ ਤੋਂ ਚੱਲਦਾ ਆ ਰਿਹਾ, ਉਹਦੇ ਵਿੱਚ ਹੀ ਜਿਹੜੀਆਂ ਵੋਟਾਂ ਵੀ ਆ ਜਾਣੀਆਂ। ਦੇਖੋ, ਜਿਹੜਾ ਇਹ ਸਾਡਾ ਕਿਸਾਨੀ ਅੰਦੋਲਨ ਜਿਹੜਾ ਚੱਲਣ ਡਿਆ, ਇਹ ਪੂਰੇ ਵਰਲਡ ਨੂੰ ਪਤਾ ਆ ਤੇ ਇਕੱਲਾ ਪੰਜਾਬ ਦਾ ਨਹੀਂਗਾ, ਪੂਰੇ ਭਾਰਤ ਦਾ ਅੰਦੋਲਨ ਹੈ ਇਹ। ਤੇ ਇਹਦੇ ਵਿੱਚ ਜੇ ਤੁਸੀਂ ਲਾਭ ਦੀ ਗੱਲ ਕੀਤੀ ਤੇ ਇੰਝ ਲੱਗਦਾ ਵੀ ਜਿਵੇਂ ਇਹਦੇ ਵਿੱਚ ਲਾਭ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਇਹਦਾ ਲਾਭ ਮਿਲੂਗਾ, ਕਿਉਂਕਿ ਜਿਹੜਾ ਕੈਪਟਨ ਸਾਹਿਬ ਹੈ ਨਾ, ਉਹਨਾਂ ਨੇ ਇਸ ਅੰਦੋਲਨ ਦੇ ਵਿੱਚ ਜਿਹੜਾ ਇੱਕ ਸ਼ਾਂਤਮਈ ਪ੍ਰੋਟੈਸਟ ਕਰਨ ਵਾਸਤੇ ਜਿਹੜਾ ਵੀ ਕਿਸਾਨਾਂ ਨੂੰ ਬੜੀ ਖੁੱਲ੍ਹ ਦਿੱਤੀ ਆ ਵੀ ਕਿਸਾਨ ਜਿਹੜਾ ਆਪਣਾ ਸ਼ਾਂਤਮਈ ਪ੍ਰੋਟੈਸਟ ਜਿਹੜਾ ਉਹ ਕਰ ਸਕਦੇ ਆ। ਤੇ ਉਹਨਾਂ ਦਾ ਕਰਕੇ ਹੀ ਬਹੁਤੇ ਕਿਸਾਨ ਜਿਹੜੇ ਆ ਕਾਂਗਰਸੀ ਜਿਹੜੇ ਨੇ ਉਹ ਜਾ ਕੇ ਤੇ ਇਸ ਅੰਦੋਲਨ ਦੇ ਵਿੱਚ ਹਿੱਸਾ ਲੈਣ ਡਏ ਆ। ਤੇ ਉਹ ਉਧਰੋਂ ਇਲੈਕਸ਼ਨ ਆ ਗਈ ਹੈ। ਵੈਸੇ ਤਾਂ ਇਹ ਇਲੈਕਸ਼ਨ ਇਹਨਾਂ ਦਿਨਾਂ ਦੇ ਵਿੱਚ ਹੋਣੀ ਨਹੀਂ ਸੀ ਚਾਹੀਦੀ, ਇਲੈਕਸ਼ਨ ਗਾਂਹ ਹੋਣੀ ਚਾਹੀਦੀ ਸੀਗੀ, ਪਰ ਜੇ ਇਲੈਕਸ਼ਨ ਇਹਨਾਂ ਦਿਨਾਂ 'ਚ ਆ ਗਈ ਆ ਤੇ ਇਹਦਾ ਜਿਹੜੇ ਕਿਸਾਨ ਕਾਂਗਰਸੀ ਕਿਸਾਨ ਨੇ ਬਹੁਤੇ ਉਹ ਉੱਥੇ ਜਾ ਕੇ ਬੈਠੇ ਆ। ਅਕਾਲੀ ਦਲ ਵਾਲੇ ਸਾਰੇ ਇੱਥੇ ਆ
ਤੇ ਅਕਾਲੀ ਦਲ ਵਾਲੇ ਆਪਣੀ ਵੋਟ ਦਾ ਇਸਤੇਮਾਲ ਜ਼ਿਆਦਾ ਕਰਨਗੇ, ਕਾਂਗਰਸ ਦੀ ਵੋਟ ਜਿਹੜੀ ਆ ਉਹ ਘੱਟ ਇਸਤੇਮਾਲ ਹੋਊਗੀ। ਕਿਉਂਕਿ ਜਿਹੜੇ ਉੱਥੇ ਜਾ ਕੇ ਵੇਖੀਏ ਨਾ ਤੇ ਬਹੁਤੇ ਕਹਿੰਦੇ ਵੀ ਉੱਥੇ ਅਕਾਲੀ ਬੜੇ ਬੈਠੇ ਆ, ਪਰ ਜਦੋਂ ਆਪਾਂ ਜਾ ਕੇ ਉੱਥੇ ਵੇਖਦੇ ਆ ਤੇ ਅਕਾਲੀ ਦਲ ਵਾਲੇ ਬਹੁਤ ਘੱਟ ਉੱਥੇ ਲੱਭਦੇ ਆ। ਕਿਉਂਕਿ ਉਹਦਾ ਵੀ ਇੱਕ ਬਹੁਤ ਵੱਡਾ ਕਾਰਨ ਹੈ ਵੀ ਸਾਰੀ ਦੁਨੀਆ ਨੂੰ, ਸਾਰੇ ਕਿਸਾਨਾਂ ਨੂੰ, ਪੂਰੇ ਵਰਲਡ ਨੂੰ ਪਤਾ ਵੀ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਇਹ 3 ਕਾਲੇ ਕਾਨੂੰਨ ਬਣੇ ਆ, ਇਹਨਾਂ ਦੇ ਵਿੱਚ ਆਪਣਾ ਪੂਰਾ ਯੋਗਦਾਨ ਇਹਨਾਂ ਨੇ ਪਾਇਆ। ਪਰ ਤੁਸੀਂ ਕਹਿ ਰਹੇ ਹੋ ਕਿ ਉੱਥੇ ਜ਼ਿਆਦਾਤਰ ਜਿਹੜੇ ਅਕਾਲੀ ਜਿਹੜੇ ਕਾਂਗਰਸੀ ਉੱਥੇ ਬੈਠੇ ਨੇ ਤੇ ਅਕਾਲੀ ਇੱਥੇ ਬੈਠੇ ਨੇ, ਪਰ ਇੱਕ ਪਾਸੇ ਉਹ ਕਿਹਾ ਜਾਂਦਾ ਕਿ ਉਹ ਨਿਰਪੱਖ ਜਿਹੜੇ ਆ ਉੱਥੇ ਨਿਰਪੱਖ ਜਿਹੜੇ ਕਿਸਾਨਾਂ ਦਾ ਇੱਕ ਅੰਦੋਲਨ ਤੇ ਗਰੀਬ ਮਜ਼ਦੂਰਾਂ ਦਾ ਜਿਹੜਾ ਅੰਦੋਲਨ ਚੱਲਣ ਦਿਆ, ਤੇ ਪਰ ਫਿਰ ਅਕਾਲੀ ਕਾਂਗਰਸੀ ਦਾ ਤੇ ਉੱਥੇ ਕੋਈ ਮੈਟਰ ਨਹੀਂ ਨਾ ਕਰਦਾ। ਵੇਖੋ ਉੱਥੇ ਮੈਂ ਜਾ ਕੇ ਰਹਿ ਕੇ ਆਏ ਹਾਂ, ਅਸੀਂ ਉਹ ਅੰਦੋਲਨ ਦੇ ਵਿੱਚ 4 ਵਾਰੀ ਜਾ ਕੇ ਰਹਿ ਕੇ ਆਏ ਹਾਂ ਤੇ ਹਫਤਾ ਜਾ ਕੇ ਲਾ ਕੇ ਆਏ ਹਾਂ। ਉੱਥੇ ਤੁਸੀਂ ਵੀ ਗਏ ਹੋਵੋਗੇ, ਜਾ ਕੇ ਤੁਸੀਂ ਉੱਥੇ ਵੇਖੋ, ਉਹਨਾਂ ਦੇ ਲੋਕਾਂ ਦੀਆਂ ਗੱਲਾਂ ਸੁਣੋ। ਉੱਥੇ ਉਹ ਲੋਕ ਜਿਹੜੇ ਉੱਥੇ ਅੰਦੋਲਨ ਕਰ ਰਹੇ ਨਾ, ਉਹ ਲੋਕ ਇਹ ਗੱਲਾਂ ਕਰਦੇ ਆ ਵੀ ਇੱਥੇ ਸਾਨੂੰ ਸੜਕਾਂ ਤੇ ਭਾਇਆ ਵਾ ਤੇ ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਵੱਡਾ ਯੋਗਦਾਨ ਆ। ਕਿਉਂਕਿ ਕਿਸੇ ਕੋਲ ਲੁਕਿਆ ਛਿਪਿਆ ਨਹੀਂ। ਸਾਡੇ ਸਤਿਕਾਰਯੋਗ ਹਰਸਿਮਰਤ ਕੌਰ ਜਿਹੜੇ ਉਹ ਕੈਬਨਿਟ ਮੰਤਰੀ ਸੀਗੇ, ਤੇ ਕੈਬਨਿਟ ਦੇ ਸਾਈਨਾਂ ਤੋਂ ਬਗੈਰ ਕੋਈ ਬਿੱਲ ਪਾਸ ਨਹੀਂ ਹੁੰਦਾ। ਇਹ ਆਪਾਂ ਵੀ ਸਾਰੇ ਜਾਣਦੇ ਹਾਂ, ਭਾਵੇਂ ਆਪਾਂ ਹੇਠਲੇ ਲੈਵਲ ਦੇ ਬੰਦੇ। ਉਹਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀਗਾ। 3 ਮਹੀਨੇ ਪ੍ਰਚਾਰ ਵੀ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਇਹਨਾਂ ਬਿੱਲਾਂ ਦਾ ਬਾਰੇ ਵੀ ਇਹ ਬਿੱਲ ਬਹੁਤ ਵਧੀਆ ਹੈ। ਇਹ ਗੱਲਾਂ ਸਾਰੀਆਂ ਉੱਥੇ ਜਿਹੜੇ ਕਿਸਾਨ ਬੈਠੇ ਉਹ ਸਾਰੇ ਜਾਣਦੇ ਆ। ਉਹ ਜਦੋਂ ਵੀ ਕੋਈ ਸ਼੍ਰੋਮਣੀ ਅਕਾਲੀ ਦਲ ਦੇ ਬੰਦੇ ਜਾਂਦੇ ਆ ਨਾ, ਤੇ ਜਦੋਂ ਉਹ ਕਿਸਾਨ ਫਿਰ ਇਕੱਠੇ ਹੋ ਕੇ ਇਹਦੇ ਗੱਲਾਂ ਕਰਦੇ ਆ ਵੀ ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਵੱਡਾ ਰੋਲ ਆ, ਤੇ ਫਿਰ ਉਹ ਜਿਹੜੇ ਜਾਂਦੇ ਵੀ ਉਹ ਛੇਤੀ ਤੋਂ ਭੱਜ ਆਉਂਦੇ ਆ ਵੀ ਸਾਡੀ ਇੱਥੇ ਇਹਨਾਂ ਨਾਲ ਸਾਡੀ ਜਿਹੜੀ ਉਹ ਸੁਰ ਜਿਹੜੀ ਅੰਦਰ ਦੀ ਨਹੀਂ ਰਲਦੀ। ਇਸ ਕਰਕੇ ਉੱਥੋਂ ਸ਼੍ਰੋਮਣੀ ਅਕਾਲੀ ਦਲ ਵਾਲੇ ਬੰਦੇ ਉਹ ਬਹੁਤਾ ਟਿਕਦੇ ਨਹੀਂ। ਜੇ ਜਾਣ ਵੀ ਤੇ ਇੱਕ ਅੱਧਾ ਜਾਂ 2 ਦਿਨ ਲਾ ਕੇ ਤੇ ਉਸ ਵੇਲੇ ਵਾਸਤੇ ਉਹਨਾਂ ਨੂੰ ਆਉਣਾ ਪੈਂਦਾ, ਕਿਉਂਕਿ ਉਹ ਲੋਕਾਂ ਦੀਆਂ ਗੱਲਾਂ ਸੁਣਨੀਆਂ ਉਹਨਾਂ ਵਾਸਤੇ ਬੜੀਆਂ ਮੁਸ਼ਕਿਲ ਹੋ ਜਾਂਦੀਆਂ। ਠੀਕ ਹੈ, ਅਸੀਂ ਹੋਰ ਵੀ ਗੱਲ ਕਰਾਂਗੇ ਜਿਹੜੇ ਕੈਂਡੀਡੇਟਾਂ ਤੇ ਨਾਲ ਹੀ ਵੋਟਰ ਨਾਲ, ਕਿ ਉਹ ਅੱਜ ਦੀਆਂ ਵੋਟਾਂ ਨੂੰ ਲੈ ਕੇ ਕਿੱਦਾਂ ਦਾ ਮਹਿਸੂਸ ਕਰ ਰਹੇ ਨੇ ਤੇ ਉਹ ਕੀ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਨੇ। ਸਾਡੇ ਨਾਲ ਵਾਰਡ ਨੰਬਰ 14 ਤੋਂ ਕੈਂਡੀਡੇਟ ਮੌਜੂਦ ਨੇ ਜਸਪਾਲ ਭੱਟੀ ਜੀ, ਉਹਨਾਂ ਨਾਲ ਗੱਲ ਕਰਾਂਗੇ। ਹਾਂਜੀ ਭੱਟੀ ਸਾਹਿਬ, ਅੱਜ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ, ਕਿੱਦਾਂ ਦਾ ਲੱਗ ਰਿਹਾ ਤੁਹਾਨੂੰ? ਬਹੁਤ ਅੱਛਾ ਹੁੰਗਾਰਾ ਮਿਲ ਰਿਹਾ ਜੀ ਸੰਗਤ ਦਾ। ਇਹ ਠਾਠਾ ਮਾਰਦਾ ਇਕੱਠ ਜਿਹੜਾ ਇਹ ਅੱਜ ਇਸ ਚੀਜ਼ ਦੀ ਸਾਬਤ ਕਰੇਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਅੱਜ ਵਰਕਰ ਭੁਗਤਣ ਵਾਸਤੇ ਤਿਆਰ ਬੈਠੇ ਨੇ, ਕਿਉਂਕਿ ਆਉਣ ਵਾਲੀ ਸਰਕਾਰ ਦੀ ਜਿਹੜੀ ਹੈ ਇਸ ਇਲੈਕਸ਼ਨ ਨੇ ਮੁੱਢ ਵੱਜਣਾ, ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਤੋਂ ਉਮੀਦ ਕਰਦਾ, ਆਸ ਕਰਦਾ ਕਿ ਦਾਸ ਨੂੰ ਫਿਰ ਤੋਂ ਜੋ ਜ਼ਿੰਮੇਵਾਰੀ ਦੇਣ ਜਾ ਰਹੇ। ਮੈਂ ਤਨੋਂ ਮਨੋਂ ਹੋ ਕੇ ਸੰਗਤਾਂ ਦੇ ਨਾਲ ਮੁਖਾਤਬ ਹੁੰਦਾ ਹੋਇਆ ਸੰਗਤਾਂ ਦੇ ਸਨਮਰ ਬੇਨਤੀ ਕਰਾਂਗਾ ਕਿ ਹੁਮਾ ਕੇ ਇਲੈਕਸ਼ਨ ਦੇ ਵਿੱਚ ਤਗੜਿਆਂ ਹੋ ਕੇ ਵੋਟਾਂ ਪਾ ਕੇ ਦਾਸ ਨੂੰ ਕਾਮਯਾਬ ਕਰੋ। ਧੰਨਵਾਦ। ਸਾਡੇ ਨਾਲ ਹੋਰ ਵੀ ਵੋਟਰ ਹੈਗੇ ਨੇ, ਇਸ ਉਹਨਾਂ ਨਾਲ ਗੱਲ ਕਰਾਂਗੇ। ਹਾਂਜੀ, ਅੱਜ ਤੁਸੀਂ ਵੋਟ ਪਾਉਣ ਆਏ ਹੋ, ਆਪਣੀ ਵੋਟ ਦਾ ਜਿਹੜਾ ਬੜਾ ਵੱਡਾ ਅਧਿਕਾਰ ਜਿਹੜਾ ਅੱਜ ਦੀ ਕਰਨ ਆਏ ਹੋ, ਕੀ ਕਹਿਣਾ ਚਾਹੁੰਦੇ ਹੋ? ਸਰ, ਮੈਂ ਕਹਿਣਾ ਚਾਹੁੰਦਾ ਕਿ ਵੋਟ ਪਾਉਣਾ ਹਰ ਨਾਗਰਿਕ ਦਾ ਅਧਿਕਾਰ ਹੈ, ਔਰ ਸਾਨੂੰ ਇਸ ਅਧਿਕਾਰ ਦੀ ਪੂਰਨ ਰੂਪ ਵਿੱਚ ਵਰਤੋਂ ਕਰਨੀ ਚਾਹੀਦੀ ਹੈ, ਤਾਂ ਕਿ ਚੰਗੇ ਤੇ ਵਧੀਆ ਨੁਮਾਇੰਦੇ ਚੁਣ ਕੇ ਅਸੀਂ ਗਾਂਹ ਭੇਜੀਏ ਜਿਹੜੇ ਸਾਡੇ ਸ਼ਹਿਰ ਦੀ, ਸਾਡੀ ਵਾਰਡ ਦੀ ਡਿਵੈਲਪਮੈਂਟ ਕਰਾਉਣ। ਨਹੀਂ, ਇੱਕ ਪਾਸੇ ਇਲੈਕਸ਼ਨ ਜਿਹੜੀ ਹੋਣ ਲੱਗ ਪਈ ਆ ਤੇ ਦੂਜੇ ਪਾਸੇ ਇੱਕ ਪਾਸੇ ਕਿਸਾਨਾਂ ਦਾ ਬੜਾ ਵੱਡਾ ਸੰਘਰਸ਼ ਚੱਲਣ ਡਿਆ। ਤੁਹਾਨੂੰ ਨਹੀਂ ਲੱਗਦਾ ਕਿ ਇਹ ਇਲੈਕਸ਼ਨ ਜਿਹੜੀ ਸੀ, ਪਹਿਲਾ ਕਨੈਕਸ਼ਨ ਜਿਹੜਾ ਕਿਸਾਨਾਂ ਦਾ ਅੰਦੋਲਨ ਸੀ ਉਹ ਖਤਮ ਹੋ ਜਾਂਦਾ ਤੇ ਫਿਰ ਹੀ ਇਲੈਕਸ਼ਨ ਹੁੰਦੀਆਂ? ਸਰ, ਮੇਰੇ ਖਿਆਲ ਨਾਲ ਇਹ ਸਵਾਲ ਸਰਕਾਰ ਦਾ ਹੈ, ਪਰ ਮੈਂ ਇਹ ਦੇਖਦਾ ਹਾਂ ਕਿ ਜਿਹੜੀ ਸਾਡੀ ਇਲੈਕਸ਼ਨ ਹੈ ਅਜਨਾਲੇ ਮਿਊਨਿਸਪਲ ਕਮੇਟੀ ਦੀ, ਇਹ ਪਹਿਲਾਂ ਹੀ ਡਿਊ ਹੈ, 1 ਸਾਲ ਪਹਿਲਾਂ ਹੀ ਲੇਟ ਹੈ। ਸੋ ਜੇ ਸਰਕਾਰ ਨੇ ਸੋਚਿਆ ਕਿ ਕਰਾਉਣੀ ਹੈ, ਇਹਦੇ ਮਤਲਬ ਜ਼ਰੂਰ ਇਲੈਕਸ਼ਨ ਕਮਿਸ਼ਨ ਨੇ ਜ਼ਰੂਰ ਇਹਦੇ ਬਾਰੇ ਸੋਚਿਆ ਹੋਏਗਾ ਕਿ ਇਹਦੀ ਜ਼ਰੂਰਤ ਹੈ। ਸੋ ਮੇਰਾ ਤਾਂ ਇਹ ਮੰਨਣਾ ਹੈ ਕਿ ਇਲੈਕਸ਼ਨ ਜਿਹੜੀ ਹੁਣ ਜਾ ਰਹੀ ਹੈ, ਜਿੱਥੇ ਅੱਜ ਅਸੀਂ ਖਲੋਤੇ ਹੋਏ ਹਾਂ, ਵੋਟਰਾਂ 'ਚ ਭਾਰੀ ਉਤਸ਼ਾਹ ਹੈ, ਔਰ ਇਹ ਤੋਂ ਦੇਖ ਕੇ ਲੱਗਦਾ ਹੈ ਕਿ ਲੋਕ ਚਾਹੁੰਦੇ ਨੇ ਕਿ ਅਸੀਂ ਆਪਣੇ ਨੁਮਾਇੰਦਿਆਂ ਨੂੰ ਚੁਣ ਕੇ ਭੇਜੀਏ। ਅਸੀਂ ਹੁਣ ਗੱਲ ਕਰਾਂਗੇ ਹੋਰ ਵੀ ਕੈਂਡੀਡੇਟਾਂ ਦੇ ਵੋਟਰਾਂ ਨਾਲ ਕਿ ਉਹਨਾਂ ਦਾ ਕੀ ਕਹਿਣਾ ਹੈ ਇਲੈਕਸ਼ਨ ਨੂੰ ਲੈ ਕੇ। ਸਾਡੇ ਨਾਲ ਵਾਰਡ ਨੰਬਰ 11 ਤੋਂ ਕੈਂਡੀਡੇਟ ਮੌਜੂਦ ਨੇ, ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਹਾਂਜੀ ਭੈਣ ਜੀ, ਤੁਸੀਂ ਅੱਜ ਇਹ ਵਾਰਡ ਨੰਬਰ 11 ਤੋਂ ਖੜੇ ਹੋ, ਕੀ ਕਹਿਣਾ ਚਾਹੁੰਦੇ ਹੋ? ਅੱਜ ਤੁਹਾਡੀ ਜਿਹੜਾ ਅੱਜ ਕੈਂਡੀਡੇਟ ਖੜੇ ਹੋ ਤੇ ਨਾਲ ਵੋਟ ਵੀ ਪਾਉਣ ਆਏ ਹੋ। ਹਾਂਜੀ, ਮੈਂ 11 ਨੰਬਰ ਵਾਰਡ ਤੋਂ ਬਲਜਿੰਦਰ ਕੌਰ ਕੈਂਡੀਡੇਟ ਹਾਂ। ਬਹੁਤ ਵਧੀਆ ਜਿਹੜੀ ਆ ਮਤਲਬ ਚੱਲਦਾ ਪਿਆ ਵਾ, ਅਮਨ ਸ਼ਾਂਤੀ ਦੇ ਨਾਲ ਸਾਰੇ ਹੀ ਜਿਹੜੇ ਕੈਂਡੀਡੇਟਸ ਮੇਰੇ ਮਤਲਬ ਸਹਿਯੋਗ ਦੇ ਰਹੇ ਆ, ਵੋਟਾਂ ਪੈ ਰਹੀਆਂ ਨੇ, ਵਧੀਆ ਹੋ ਰਿਹਾ ਹੈ ਸਾਰਾ ਕੰਮ। ਜੇ ਪੁਲਿਸ ਪ੍ਰਸ਼ਾਸਨ ਵੱਲੋਂ ਗੱਲ ਕਰੀਏ ਤੇ ਕਿੱਦਾਂ ਦੇ ਪ੍ਰਬੰਧ ਕੀਤੇ ਗਏ ਨੇ ਇੱਥੇ ਲੈ ਕੇ, ਕਿਉਂਕਿ ਕਿਹਾ ਗਿਆ ਸੀਗਾ ਵੀ ਕੋਈ ਵੀ ਇੱਥੇ ਜਿਹੜੀ ਅਨਸੁਖਾਵੀ ਘਟਨਾ ਹੋ ਸਕਦੀ ਹੈ, ਕਿਉਂਕਿ ਇਹਨੂੰ ਹਾਈਪਰ ਜਿਹੜੀ ਰੱਖਿਆ ਗਿਆ ਸੀਗਾ ਇਹਨੂੰ? ਨਹੀਂ, ਅਜਿਹੀ ਕੋਈ ਗੱਲ ਨਹੀਂ ਆ, ਸਾਰੇ ਹੀ ਵਧੀਆ ਤਰੀਕੇ ਦੇ ਨਾਲ ਆ ਰਹੇ ਆ ਤੇ ਵਧੀਆ ਤਰੀਕੇ ਨਾਲ ਆਪਣੀ ਵੋਟ ਦਾ ਮਤਲਬ ਕਿ ਉਹਨਾਂ ਨੂੰ ਪਤਾ ਕਿ ਸਾਡਾ ਕਾਨੂੰਨੀ ਅਧਿਕਾਰ ਆ, ਇਸ ਗੱਲ ਕਰਕੇ ਸੋਚ ਸਮਝ ਕੇ ਉਹ ਆਪਣੇ ਅਧਿਕਾਰ ਦੀ ਵਰਤੋਂ ਲਾਈਨ ਦੇ ਵਿੱਚ ਖੜੇ ਆ। ਕੋਈ ਵੀ ਮਤਲਬ ਉਲੰਘਣਾ ਨਹੀਂ ਹੋ ਰਹੀ, ਕੋਈ ਇਹੋ ਜਿਹੀ ਗੱਲ ਨਹੀਂ ਹੋਏਗੀ, ਵਧੀਆ ਤਰੀਕੇ ਨਾਲ ਵੋਟਾਂ ਪੈ ਰਹੀਆਂ ਨੇ। ਕੀ ਮੈਸੇਜ ਦੇਣਾ ਚਾਹੁੰਦੇ ਆਪਣੇ ਵੋਟਰਾਂ ਨੂੰ? ਮੈਂ ਅਕਾਲੀ ਦਲ ਵੱਲੋਂ ਮਤਲਬ ਇਹੋ ਹੀ ਅਪੀਲ ਕਰਦੀ ਹਾਂ ਕਿ ਚਲੋ ਮਤਲਬ ਕਿ ਜਿਸ ਤਰ੍ਹਾਂ ਵੀ ਜੋ ਵੀ ਸਾਡੀ ਜਿੱਤ ਹਾਰ ਪ੍ਰਮਾਤਮਾ ਵੱਲੋਂ ਬਣੀ ਆ, ਤੇ ਅਸੀਂ ਕੀ ਆ ਕਿ ਸਭ ਦਾ ਹੀ ਸਹਿਯੋਗ ਦੇਵਾਂਗੇ। ਸਾਡੇ ਨਾਲ ਮੌਜੂਦ ਨੇ ਇੱਥੇ ਵਾਰਡ ਨੰਬਰ 12 ਤੋਂ ਦੀਪਕ ਅਰੋੜਾ ਜੀ, ਉਹਨਾਂ ਨਾਲ ਗੱਲ ਕਰਾਂਗੇ ਕਿ ਅੱਜ ਜਿਹੜੀ ਹੋਣ ਵਾਲੀ ਚੋਣਾਂ ਨੂੰ ਲੈ ਕੇ ਉਹਨਾਂ ਦੇ ਬਾਰੇ ਕੀ ਵਿਊ ਉਹਨਾਂ ਦੇ। ਹਾਂਜੀ, ਅੱਜ ਜਿਹੜੀ ਚੋਣਾਂ ਹੋਣ ਜਾ ਰਹੀਆਂ ਨੇ, ਤੁਸੀਂ ਬਤੌਰ ਕੈਂਡੀਡੇਟ ਇੱਥੇ ਲੜ ਰਹੇ ਹੋ ਚੋਣ ਵਿੱਚ 12 ਨੰਬਰ ਵਾਰਡ ਤੋਂ, ਕੀ ਕਹਿਣਾ ਚਾਹੁੰਦੇ ਹੋ?
ਦੇਖੋ ਜੀ, ਜਿਹੜੀ ਇਹ ਪਹਿਲੀ ਇਲੈਕਸ਼ਨ ਆ, ਜਿਹੜੀ ਕੌਂਸਲ ਇਲੈਕਸ਼ਨ ਆ ਰਹੀ ਆ ਕਾਂਗਰਸ ਰਾਜ ਦੇ ਵਿੱਚ, ਔਰ ਬੜੇ ਅਮਨ ਅਮਾਨ ਨਾਲ ਇਲੈਕਸ਼ਨ ਹੋ ਰਹੀ ਹੈ, ਕਿਉਂਕਿ ਸਾਡੇ ਲੀਡਰ ਸਾਹਿਬਾਨ ਦੀ ਬੜੀ ਵਧੀਆ ਸੋਚ ਆ ਵੀ ਜਿੰਨੇ ਅਸੀਂ ਅਮਨ ਅਮਾਨ ਨਾਲ ਵੋਟਿੰਗ ਲਵਾਂਗੇ ਤੇ 2022 ਦੇ ਵਿੱਚ ਫਿਰ ਸਾਡੀ ਸਰਕਾਰ ਉਸੇ ਤਰ੍ਹਾਂ ਬਣੇਗੀ। ਤੁਹਾਨੂੰ ਪਤਾ ਪਿਛਲੇ ਦਰਮਿਆਨ ਜਦੋਂ ਅਕਾਲੀ ਦਲ ਨੇ ਧੱਕਾਸ਼ਾਹੀ ਕਰਦੀ ਸੀ, ਕਾਗਜ਼ ਰਿਜੈਕਟ ਕਰਾਉਂਦੀ ਸੀ ਤੇ ਲੋਕਾਂ ਨੂੰ ਬਦੋਬਦੀ ਕੌਂਸਲਰ ਬਣਾਉਣ ਦੀ ਕੋਸ਼ਿਸ਼ ਕਰਦੀ ਸੀ ਜਾਂ ਨਿਚਲੇ ਲੈਵਲ ਤੇ ਕਰਦੀ ਸੀ, ਪਰ ਕੈਪਟਨ ਅਮਰਿੰਦਰ ਸਿੰਘ ਜੀ ਇਹ ਨਹੀਂ ਹੈਗੀ। ਉਹਨਾਂ ਨੇ ਕਿਹਾ ਵੀ ਨਾ ਕਿਸੇ ਕਾਗਜ਼ ਰਿਜੈਕਟ ਕਰਾਏ ਜਾਣ, ਨਾ ਕਿਸੇ ਪ੍ਰੈਸ਼ਰ ਪਾਇਆ ਜਾਵੇ। ਤੇ ਔਰ ਸਭ ਤੋਂ ਵੱਡੀ ਗੱਲ ਡਿਵੈਲਪਮੈਂਟ ਦੇ ਆਧਾਰ ਦੇ ਉੱਤੇ ਹੀ ਵੋਟ ਮੰਗ ਰਹੇ ਆ, ਔਰ ਡਿਵੈਲਪਮੈਂਟ ਦੇ ਆਧਾਰ ਤੇ ਲੋਕਾਂ ਦਾ ਉਤਸ਼ਾਹ ਦੇਖੋ। ਤੁਸੀਂ ਆਪ ਹੀ ਪ੍ਰੈਸ ਵੀ ਮੇਰੇ ਖਿਆਲ 7:30 ਦੇ ਇੱਥੇ ਸੀ, 7:30 ਤੋਂ ਹੀ ਲੋਕੀ ਲਾਈਨ 'ਚ ਲੱਗੇ ਹੋਏ ਨੇ, ਔਰ ਲੋਕੀ ਚੇਂਜ ਚਾਹ ਰਹੇ ਨੇ। ਤੇ ਚੇਂਜ ਇਹ ਹਰ ਜ਼ਿਲ੍ਹੇ 'ਚ ਹਰ ਜਗ੍ਹਾ ਦੇ ਉੱਤੇ ਚੇਂਜ ਆਏਗਾ। ਔਰ ਸਭ ਤੋਂ ਵੱਡੀ ਗੱਲ ਆ ਵੀ ਮੇਰੇ ਕਿਸਾਨ ਭਰਾ ਜਿਹੜੇ ਦਿੱਲੀ ਬੈਠੇ ਹੋਏ ਨੇ, ਜੋ ਬੀਜੇਪੀ ਅਕਾਲੀ ਦਲ ਨੇ ਮਿਲ ਕੇ ਜਿਹੜਾ ਬਿੱਲ ਪਾਸ ਕੀਤਾ ਸੀ, ਉਸ ਬਿੱਲ ਦੇ ਵਿਰੋਧ ਵਿੱਚ ਵੀ ਲੋਕ ਇਹਨਾਂ ਨੂੰ ਪਿਛਾਂਹ ਕਰ ਰਹੇ ਨੇ। ਤੇ ਮੇਰੇ ਖਿਆਲ 'ਚ ਆਉਣ ਵਾਲੇ ਕਈ ਸਦੀਆਂ ਤੱਕ ਅਕਾਲੀ ਦਲ ਤੇ ਬੀਜੇਪੀ ਸਾਹਮਣੇ ਨਹੀਂ ਆ ਪਾਏਗੀ। ਕੀ ਮੈਸੇਜ ਦੇਣਾ ਚਾਹੁੰਦੇ ਵੋਟਰਾਂ ਆਪਣੇ ਨੂੰ? ਮੇਰੇ ਵੋਟਰਾਂ ਨੂੰ ਇਹੀ ਕਹਿਣਾ ਚਾਹੁੰਦਾ ਵੀ ਸਹੀ ਸੂਝਵਾਨ ਜਿਹੜਾ ਤੁਹਾਡਾ ਕੌਂਸਲਰ ਜਾਂ ਐਮਐਲਏ ਹੈਗਾ, ਉਹਨੂੰ ਹੀ ਵੋਟ ਪਾਈ ਜਾਵੇ। ਤੇ ਤੁਹਾਨੂੰ ਪਤਾ ਲੱਗਦਾ ਵੀ ਸਭ ਤੋਂ ਵਧੀਆ ਜਿਹੜੀ ਪਾਰਟੀ ਆ ਕਾਂਗਰਸ ਪਾਰਟੀ ਆ। ਕਾਂਗਰਸ ਪਾਰਟੀ ਹੀ ਲੋਕਾਂ ਦੇ ਹਿੱਤਾਂ ਲਈ ਉਤਰ ਸਕਦੀ ਆ। ਦੇਖੋ ਹੁਣ ਕਿਸਾਨ ਦੇ ਬਿੱਲਾਂ ਲਈ ਕਾਂਗਰਸ ਪਾਰਟੀ ਹੀ ਜਿਹੜੀ ਆ ਸਭ ਤੋਂ ਅੱਗੇ ਆਈ ਆ, ਔਰ ਇਸ ਤੋਂ ਵੱਧ ਕੇ ਕੁਝ ਨਹੀਂ ਹੈ। ਜੇ ਪਾਣੀਆਂ ਦਾ ਰਾਖਾ ਕੈਪਟਨ ਅਮਰਿੰਦਰ ਸਿੰਘ ਆ, ਤੇ ਇਸ ਟਾਈਮ ਦੇ ਬਿੱਲਾਂ ਦਾ ਰਾਖਾ ਵੀ ਕੈਪਟਨ ਅਮਰਿੰਦਰ ਸਿੰਘ ਹੀ ਆ। ਅਸੀਂ ਹੋਰ ਵੀ ਕੈਂਡੀਡੇਟਾਂ ਨਾਲ ਗੱਲ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਇਸ ਅੱਜ ਦੀਆਂ ਇਲੈਕਸ਼ਨਾਂ ਨੂੰ ਲੈ ਕੇ। ਸਾਡੇ ਨਾਲ ਮੌਜੂਦ ਨੇ ਇੱਥੇ ਐਸਐਮਓ ਅਜਨਾਲਾ ਜੀ ਵੀ, ਜਿਹੜੇ ਕਿ ਸਾਰੇ ਪੋਲਿੰਗ ਬੂਥਾਂ ਦੀ ਦੇਖਭਾਲ ਕਰ ਰਹੇ ਨੇ, ਕਿਉਂਕਿ ਕਰੋਨਾ ਮਹਾਮਾਰੀ ਜਿਹੜੀ ਆ ਉਸ ਨੂੰ ਵੀ ਜਿਹੜਾ ਧਿਆਨ 'ਚ ਰੱਖਿਆ ਜਾ ਰਿਹਾ ਵਾ ਇਲੈਕਸ਼ਨਾਂ ਨੂੰ ਲੈ ਕੇ। ਉਸ ਦੇ ਨਾਲ ਚੱਲਦੇ ਸਰ ਨੇ ਨਾਲ ਮੌਜੂਦ ਨੇ। ਹਾਂਜੀ ਡਾਕਟਰ ਸਾਹਿਬ, ਜਿਹੜਾ ਅੱਜ ਤੁਸੀਂ ਇੱਥੇ ਆਏ ਹੋ, ਵਿਜ਼ਿਟ ਕਰ ਰਹੇ ਹੋ, ਕਿੱਦਾਂ ਦੇ ਤੁਹਾਡੇ ਵੱਲੋਂ ਇੰਤਜ਼ਾਮ ਕੀਤੇ ਗਏ ਨੇ? ਦੇਖੋ ਜੀ, ਸਾਡੇ ਇੱਥੇ ਅਜਨਾਲਾ ਦੇ ਵਿੱਚ 8 ਬੂਥ ਬਣੇ ਨੇ। ਅਸੀਂ 8 ਬੂਥਾਂ 'ਤੇ ਆਪਣੀਆਂ ਮੈਡੀਕਲ ਟੀਮਸ ਲਗਾਈਆਂ ਨੇ। ਇਹਦੇ ਵਿੱਚ ਕੋਵਿਡ ਦਾ ਬਿਲਕੁਲ ਧਿਆਨ ਰੱਖਿਆ ਜਾ ਰਿਹਾ। ਜਿਹੜਾ ਵੀ ਬੰਦਾ ਵੋਟ ਪਾਉਣ ਲਈ ਜਾਂਦਾ ਹੈਗਾ, ਪਹਿਲੋਂ ਉਹਦੇ ਹੱਥ ਜਿਹੜੇ ਨੇ ਸੈਨੀਟਾਈਜ਼ ਕਰਵਾਏ ਜਾਂਦੇ ਨੇ। ਜੇ ਉਹ ਮਾਸਕ ਉਹ ਨਹੀਂ ਹੈਗਾ, ਉਹਨੂੰ ਮਾਸਕ ਜਿਹੜਾ ਪ੍ਰੋਵਾਈਡ ਕੀਤਾ ਜਾ ਰਿਹਾ, ਉਹ ਤੇ ਉਸ ਦਾ ਟੈਂਪਰੇਚਰ ਨੋਟ ਕਰਕੇ ਫਿਰ ਹੀ ਉਹਨੂੰ ਅੰਦਰ ਜਾਣ ਦਿੱਤਾ ਜਾ ਰਿਹਾ। ਇਹ 8 ਬੂਥਾਂ ਦੇ ਉੱਤੇ ਇਹ ਸਾਰੇ ਪ੍ਰਬੰਧ ਅਸੀਂ ਕੀਤੇ ਨੇ। ਮੈਂ ਉਹੀ ਚੈੱਕ ਕਰਨ ਦੇ ਲਈ ਇੱਥੇ ਆਇਆ ਸੀ। ਕੀ ਮੈਸੇਜ ਦੇਣਾ ਚਾਹੁੰਦੇ ਜੇ ਵੋਟਰਾਂ ਨੂੰ? ਇਹ ਹੈਗਾ ਵੀ ਵੋਟਾਂ ਜ਼ਰੂਰ ਪਾਉਣ। ਇਹ ਲੋਕਾਂ ਦਾ ਜਿਹੜਾ ਰਾਈਟ ਹੈਗਾ, ਪਰ ਇਹਦੇ ਵਿੱਚ ਕੋਵਿਡ ਦਾ ਜਿਹੜਾ ਉਹ ਧਿਆਨ ਰੱਖਿਆ ਜਾਏ, ਕਿਉਂਕਿ ਕਰੋਨਾ ਜਿਹੜਾ ਅਜੇ ਗਿਆ ਨਹੀਂ ਹੈਗਾ। ਤੁਸੀਂ ਵੇਖ ਰਹੇ ਹੋ ਕਿ ਲਗਾਤਾਰ ਇੱਕ ਵਿਆਹ ਵਾਲੇ ਨਵੇਂ ਦੂਲੇ ਵੱਲੋਂ ਵੀ ਅੱਜ ਜਿਹੜਾ ਇੱਥੇ ਆਣ ਕੇ ਤੇ ਵੋਟ ਪਾਉਣ ਦੀ ਜਿਹੜਾ ਆਪਣਾ ਮਤਦਾਨ ਪੂਰਾ ਕੀਤਾ ਜਾ ਰਿਹਾ। ਤੁਸੀਂ ਵੇਖ ਰਹੇ ਹੋ ਕਿ ਆਪਣਾ ਵੋਟ ਦਾ ਇਸਤੇਮਾਲ ਕੀਤਾ ਜਾ ਰਿਹਾ। ਤੁਸੀਂ ਵੇਖ ਰਹੇ ਹੋ ਕਿ ਉਹਨਾਂ ਦੀ ਨਾਲ ਹੀ ਫੈਮਿਲੀ ਵੱਲੋਂ ਜਿਹੜੀ ਨਾਲ ਹੀ ਲਗਾਤਾਰ ਜਿਹੜੀ ਅੱਜ ਵੋਟ ਦਾ ਇਸਤੇਮਾਲ ਕੀਤਾ ਜਾ ਰਿਹਾ। ਤੁਸੀਂ ਵੇਖ ਰਹੇ ਹੋ ਕਿ ਅੱਜ ਵਿਆਹ ਕਰਾਉਣ ਤੋਂ ਪਹਿਲਾਂ ਜਿਹੜਾ ਅੱਜ ਆਪਣੇ ਵੋਟ ਦਾ ਇਸਤੇਮਾਲ ਕੀਤਾ ਜਾ ਰਿਹਾ ਵਾ। ਤੁਸੀਂ ਵੇਖ ਰਹੇ ਹੋ ਲਗਾਤਾਰ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ। ਕੀ ਕਹਿਣਾ ਚਾਹੋਗੇ ਤੁਸੀਂ? ਵਿਆਹ ਤੋਂ ਪਹਿਲਾਂ ਵੋਟ ਪਾਣ ਆਏ ਹੋ, ਆਪਣੇ ਹੱਕ ਦਾ ਇਸਤੇਮਾਲ ਕਰਨਾ ਚਾਹੁੰਦੇ ਹੋ, ਲੇਕਿਨ ਕਿਹੋ ਜਿਹਾ ਉਮੀਦਵਾਰ ਆਪਣਾ ਹੱਕ ਚੁਣਨਾ ਚਾਹੁੰਦੇ ਆ ਜੀ। ਵੋਟ ਇੱਕ ਕੀਮਤੀ ਆ, ਸਾਰੇ ਕੰਮ ਜ਼ਰੂਰੀ ਹੈਗੇ ਆ। ਹੁਣ ਵਿਆਹ ਤੇ ਵੀ ਜਾਣਾ, ਉਹ ਵੀ ਜ਼ਰੂਰੀ ਹੈਗਾ। ਕਿਹੋ ਜਿਹਾ ਉਮੀਦਵਾਰ ਚਾਹੁੰਦੇ ਹੋ? ਕਿਉਂਕਿ ਤੁਹਾਡੀ ਵੀ ਨਵੇਂ ਜੀਵਨ ਦੀ ਸ਼ੁਰੂਆਤ ਹੋ ਰਹੀ ਹੈ, ਉਧਰ ਕੈਂਡੀਡੇਟਾਂ ਦਾ ਵੀ ਭਵਿੱਖ ਦਾ ਫੈਸਲਾ ਅੱਜ ਹੋਣਾ ਵਾ। ਕਿਹੋ ਜਿਹਾ ਉਮੀਦਵਾਰ ਚਾਹੁੰਦੇ ਹੋ? ਉਮੀਦਵਾਰ ਵੇਖੋ, ਇਹ ਸਭ ਕੁਝ ਹੋਣਾ ਹੈ। ਵੇਖੋ ਉਮੀਦਵਾਰ ਜਿਹੜੇ ਮਤਲਬ ਕੰਮ ਕਰਨ, ਭਲਾਈ ਵਾਸਤੇ ਕੰਮ ਕਰਨ, ਵਧੀਆ ਤੋਂ ਵਧੀਆ ਉਹਨਾਂ ਦਾ ਯੋਗਦਾਨ ਮਿਲੇ। ਹਾਂਜੀ, ਪਬਲਿਕ ਸਾਡੇ ਨਾਲ ਮੌਜੂਦ ਨੇ ਐਸਐਸਪੀ ਦਿਹਾਤੀ ਜੀ। ਅਸੀਂ ਗੱਲ ਕਰਾਂਗੇ ਉਹਨਾਂ ਨਾਲ। ਹਾਂਜੀ ਸਰ, ਅੱਜ ਤੁਸੀਂ ਨਾਲਾ ਵਿੱਚ ਪਹੁੰਚੇ ਹੋ, ਮੌਕੇ ਤੇ ਜਿਹੜੀ ਇਲੈਕਸ਼ਨ ਹੋ ਰਹੀ ਆ, ਤੁਸੀਂ ਪਹੁੰਚੋ, ਕੀ ਕਹਿਣਾ ਚਾਹੁੰਦੇ? ਹਾਂਜੀ, ਸਾਡੇ ਅੰਮ੍ਰਿਤਸਰ ਦਿਹਾਤੀ ਜ਼ਿਲ੍ਹੇ ਜੀ 5 ਥਾਵਾਂ ਤੇ ਮਿਊਨਿਸਪਲ ਕੌਂਸਲ ਨਗਰ ਪੰਚਾਇਤ ਦੇ ਇਲੈਕਸ਼ਨਸ ਹੋ ਰਹੇ ਹਨ। ਮੈਂ ਕੰਟੀਨਿਊਅਸਲੀ ਸਿੰਸ ਮਾਰਨਿੰਗ ਮੈਂ ਔਨ ਦਾ ਰਾਊਂਡ ਹੀ ਹੈਗਾ। 5 ਵਜੇ ਤੋਂ ਮੈਂ ਸਾਰੇ ਏਰੀਆਜ਼ ਚੈੱਕ ਕਰ ਰਿਹਾ। ਮੈਂ ਹੁਣ ਵੀ ਜੰਡਿਆਲੇ ਤੋਂ ਹੀ ਇੱਥੇ ਆਇਆ ਚੈਕਿੰਗ ਤੇ। ਇਹ ਪੋਲਿੰਗ ਸਟੇਸ਼ਨ ਸਾਡਾ ਹਾਈਪਰ ਸੈਂਸਿਟਿਵ ਪੋਲਿੰਗ ਸਟੇਸ਼ਨ ਹੈ ਨਗਰ ਪੰਚਾਇਤ ਅਜਨਾਲੇ ਦਾ। ਤੇ ਇੱਥੇ ਵੀ ਅਸੀਂ ਜਿਵੇਂ ਤੁਸੀਂ ਵੇਖ ਰਹੇ ਹੋ ਪ੍ਰੋਪਰ ਲਾਈਨਸ ਬਣੀ ਹੈ। ਅਸੀਂ ਜਿਹੜਾ ਏਰੀਆ ਵੀ ਹੈਗਾ 50 ਮੀਟਰਸ ਟੂ ਲੈਫਟ ਐਂਡ ਰਾਈਟ ਜਿਹੜਾ ਐਂਟਰੈਂਸ ਹੈਗਾ ਪੂਰਾ ਕਲੀਅਰ ਕੀਤਾ ਹੋਇਆ ਆਫ ਐਨੀ ਪਬਲਿਕ ਔਰ ਵਹੀਕਲਸ। ਉਸ ਤੋਂ ਇਲਾਵਾ ਜਿਵੇਂ ਨਗਰ ਪੰਚਾਇਤ ਅਜਨਾਲਾ ਹੈਗਾ, ਦੂਜੇ ਵੀ ਮਿਊਨਿਸਪਲ ਏਰੀਆ ਸਾਰੇ ਸੀਲ ਕਰ ਦਿੱਤੇ ਗਏ ਹਨ। ਅਜਨਾਲੇ ਦਾ ਰਾਜਾ ਸਾਸੀ, ਲੋਪੋਕੇ, ਮਜੀਠਾ, ਅਜਨਾਲੇ ਦਾ ਵੀ ਜਿਹੜਾ ਮਜੀਠਾ ਰਬਦਾਸ ਦਾ ਜਿਹੜਾ ਏਰੀਆ ਉਹ ਵੀ ਪੂਰਾ ਸੀਲ ਕਰਤਾ ਗਿਆ। ਹਾਈਪਰ ਸੈਂਸਿਟਿਵ ਵਾਰਡ ਵੀ ਪੂਰੇ ਸੀਲ ਕਰਤੇ ਗਏ ਹਨ। ਅਸਲੇ ਡੈਪੋਜੀਸ਼ਨ ਜਿਹੜੀ ਹੈਗੀ ਆਲਰੇਡੀ 100% ਹੋ ਗਈ ਹੈ। ਸਾਰੇ ਜਿਹੜੇ ਅਸਲੇ ਹੈਗੇ ਜਮ੍ਹਾਂ ਕਰ ਲਿੱਤੇ ਗਏ ਹੈ। ਉਸ ਤੋਂ ਇਲਾਵਾ ਅਸੀਂ CCTV ਕੈਮਰੇ ਜਿਹੜੇ ਹੈ ਹਰ ਇੱਕ ਪੋਲਿੰਗ ਸਟੇਸ਼ਨ ਔਰ ਪੋਲਿੰਗ ਬੂਥ 'ਤੇ ਇੰਸਟਾਲ ਕਰਵਾਏ ਹੈ। ਇੱਕ ਮਾਡਲ ਕੋਡ ਆਫ ਕੰਡਕਟ ਦੇ ਜਿਹੜੇ ਆਰਡਰਸ ਹੈ ਉਸ ਦਾ ਵੀ ਅਸੀਂ ਇੱਕ ਵੱਡਾ ਫਲੈਕਸ ਬੋਰਡ ਲਾਇਆ ਸੋ ਦੈਟ ਪਬਲਿਕ ਜਾਣੂ ਹੋ ਸਕੇ। ਫਲੈਕਸ ਬੋਰਡ ਹਰ ਇੱਕ ਪੋਲਿੰਗ ਸਟੇਸ਼ਨ ਔਰ ਬੂਥ ਦੇ ਬਾਹਰ ਲੱਗੇ ਹੈ। ਉਸ ਤੋਂ ਇਲਾਵਾ ਇੱਥੇ ਸਟੇਸ਼ਨਾਂ ਦੇ ਅੰਦਰ ਵੀ ਉਹੀ ਬੰਦੇ ਅੰਦਰ ਉਹਨਾਂ ਦੀ ਐਂਟਰੀ ਅਲਾਓ ਕੀਤੀ ਜਾ ਰਹੀ ਹੈ ਜਿਹੜੇ ਵੋਟ ਪਾਉਣ ਨੂੰ ਐਲੀਜੀਬਲ ਹੈ। ਅਰੇਂਜਮੈਂਟ ਜਿਵੇਂ ਤੁਸੀਂ ਵੇਖ ਸਕਦੇ ਹੋ ਬਹੁਤ ਸਖਤ ਹੈ। ਕੋਈ ਅਨਆਥੋਰਾਈਜ਼ਡ ਐਂਟਰੀ ਜਾਂ ਕੋਈ ਮੂਵਮੈਂਟ ਨਹੀਂ ਹੋ ਰਹੀ ਹੈ। 5 ਲਾਅ ਐਂਡ ਆਰਡਰ ਰਿਜ਼ਰਵ ਵੀ ਹਰ ਇੱਕ ਮਿਊਨਿਸਪਲ ਏਰੀਆ ਵਿੱਚ ਲੱਗੇ ਹੈ। ਫੋਰ ਐਗਜ਼ਾਮਪਲ ਅਜਨਾਲੇ ਦੇ ਵਿੱਚ ਇੱਥੇ ਮੇਨ ਚੌਕ ਅਜਨਾਲਾ ਹੋ ਗਿਆ, ਸਬਜ਼ੀ ਮੰਡੀ ਹੋ ਗਈ, ਪੁਰਾਣਾ ਬੱਸ ਸਟੈਂਡ ਹੋ ਗਿਆ,
ਇਹ ਸਾਰੇ ਏਰੀਆਜ਼ ਜਿਹੜੇ ਆ ਇਹ ਅਜਨਾਲੇ ਦੇ ਵਿੱਚ ਇੱਥੇ ਲਾਅ ਐਂਡ ਆਰਡਰ ਰਿਜ਼ਰਵ ਵੀ ਤੈਨਾਤ ਹੈ ਔਰ ਐਸਪੀ ਰੈਂਕ ਦੇ ਆਫੀਸਰਸ ਵੀ ਅਰੇਂਜਮੈਂਟ ਸੇ ਵੇਖ ਰਹੇ ਆ ਮੈਂ ਆਪ ਵੀ ਕੰਟੀਨਿਊਸਲੀ ਮੈਂ ਔਨ ਦਾ ਰਾਊਂਡ ਹੈਗਾ ਮੈਂ ਚੈਕਿੰਗ ਕਰ ਰਿਹਾ ਸੋ ਸਾਡਾ ਬਿਲਕੁਲ ਇਸ ਵੇਲੇ ਪੀਸਫੁਲ ਚੱਲ ਰਿਹਾ ਹੈ ਮਾਡਲ ਕੋਡ ਆਫ ਕੰਡਕਟ ਦੀ ਵੀ ਪੂਰੀ ਕੰਪਲਾਈਂਸ ਹੋ ਰਹੀ ਹੈ ਔਰ ਮੇਰੇ ਵੱਲੋਂ ਮੇਰੇ ਸਾਰੇ ਅਫਸਰਾਂ ਨੂੰ ਸਖਤ ਹੁਕਮ ਹੈਗੇ ਕਿ ਅਸੀਂ ਜੇ ਕਿਸੇ ਪਾਸੇ ਵੀ ਕੋਈ ਮਾਡਲ ਕੋਡ ਆਫ ਕੰਡਕਟ ਦੀ ਕਿਸੇ ਤਰੀਕੇ ਦੀ ਵਾਇਲੇਸ਼ਨ ਹੁੰਦੀ ਹੈ ਤੇ ਅਸੀਂ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਨ ਦੇ ਵਿੱਚ ਕੋਈ ਗੁਰੇਜ਼ ਨਹੀਂ ਕਰਾਂਗੇ। ਸਰ ਵੋਟਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਵੋਟਰਾਂ ਨੂੰ ਸਭ ਤੋਂ ਪਹਿਲੇ ਇਹੀ ਮੈਸੇਜ ਹੈ ਕਿ ਜ਼ਰੂਰ ਆਪਣੇ ਰਾਈਟ ਟੂ ਵੋਟ ਨੂੰ ਵੀ ਐਕਸਰਸਾਈਜ਼ ਕਰਨ ਪਰ ਨਾਲ ਦੀ ਨਾਲ ਮਾਡਲ ਕੋਡ ਆਫ ਕੰਡਕਟ ਦੀ ਸਖਤੀ ਨਾਲ ਪਾਲਣਾ ਜ਼ਰੂਰ ਕਰਨ ਕਿਉਂਕਿ ਜੇਕਰ ਅੰਮ੍ਰਿਤਸਰ ਦਿਹਾਤੀ ਪੁਲਿਸ ਕਿਸੇ ਬੰਦੇ ਨੂੰ ਵੀ ਕੋਡ ਆਫ ਕੰਡਕਟ ਦੀ ਵਾਇਲੇਸ਼ਨ ਕਰਦੇ ਹੋਏ ਫੜਦੀ ਹੈ ਤੇ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਥੈਂਕ ਯੂ ਸਰ। ਦਰਸ਼ਕੋ ਅਸੀਂ ਤੁਹਾਨੂੰ ਮਿਲਾ ਰਹੇ ਸੀਗੇ ਐਸਐਸਪੀ ਦਿਹਾਤੀ ਦਰੂਦਈਆ ਜੀ ਦੇ ਨਾਲ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਚੋਣ ਪ੍ਰਕਿਰਿਆ ਸਾਰੀ ਬੜੀ ਅਮਨ ਅਮਾਨ ਨਾਲ ਹੋ ਰਹੀ ਹੈ ਤੇ ਪੁਲਿਸ ਵੱਲੋਂ ਜਿਹੜੇ ਪੁਖਤਾ ਪ੍ਰਬੰਧ ਕੀਤੇ ਗਏ ਨੇ। ਜੇ ਗੱਲ ਕਰੀਏ ਰਮਦਾਸ ਦੀ ਤੇ ਰਮਦਾਸ ਵਿੱਚ ਵੀ ਬੜੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਤੇ ਜੇ ਅਜਨਾਲਾ ਦੀ ਗੱਲ ਕਰੀਏ ਤੇ ਅਜਨਾਲਾ ਵਿੱਚ ਵੀ ਜਿਹੜੇ ਬੜੇ ਪੁਖਤਾ ਪ੍ਰਬੰਧ ਕੀਤੇ ਗਏ ਨੇ। ਅਸੀਂ ਵੀ ਆਪਣੇ ਚੈਨਲ ਵੱਲੋਂ ਪ੍ਰਾਈਮ ਦੇ ਵੱਲੋਂ ਅਪੀਲ ਕਰਾਂਗੇ ਕਿ ਸਾਰੇ ਵੋਟਰਾਂ ਨੂੰ ਆਪਣਾ ਜਿਹੜਾ ਅਧਿਕਾਰ ਆ ਉਹ ਅਮਨ ਅਮਾਨ ਨਾਲ ਕਰਨਾ ਚਾਹੀਦਾ ਕਿਉਂਕਿ ਕੋਈ ਵੀ ਅਣਸੁਹਾਣੀ ਘਟਨਾ ਜਿਹੜੀ ਆ ਨਾ ਹੋਵੇ ਅਤੇ ਸ਼ਾਂਤੀ ਨਾਲ ਜਿਹੜੇ ਆ ਮਾਹੌਲ ਜਿਹੜਾ ਵਾ ਉਹ ਸ਼ਾਂਤੀ ਹੀ ਬਣੀ ਰਵੇ। ਤੁਸੀਂ ਜੁੜੇ ਰਹੋ ਇਹਦੇ ਪ੍ਰਾਈਮ ਦੇ ਨਾਲ ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਦਿੰਦੇ ਜਾਵਾਂਗੇ। ਪ੍ਰਾਈਮ ਦੇ ਲਈ ਅਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ।